ਸਤਿ ਸ਼੍ਰੀ ਅਕਾਲ। ਪੰਜਾਬ ਇਸ ਵੇਲੇ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨਦੀਪ ਸਿੰਘ ਲੈ ਕੇ ਹਾਜ਼ਰ ਹਾਂ ਪੰਜਾਬ ਦੀਆਂ ਤਾਜ਼ਾ ਖਬਰਾਂ। ਸਭ ਤੋਂ ਪਹਿਲਾਂ ਰੁਕ ਕਰਦੇ ਹਾਂ ਕਿਸਾਨੀ ਅੰਦੋਲਨ ਦੇ ਵੱਲ। ਪੰਜਾਬ ਦੇ ਵਿੱਚ ਸ਼ੁਰੂ ਹੋਇਆ ਕਿਸਾਨੀ ਅੰਦੋਲਨ ਹੁਣ ਕੌਮੀ ਰੂਪ ਧਾਰ ਕਰ ਚੁੱਕਿਆ ਤੇ ਇਸ ਦਾ ਕਾਰਨ ਹੈ ਕਿ ਹੁਣ ਕਿਸਾਨ ਜਥੇਬੰਦੀਆਂ ਦਿੱਲੀ ਦੇ ਵਿੱਚ ਪ੍ਰਦਰਸ਼ਨ ਕਰ ਰਹੀਆਂ ਨੇ। ਪੰਜਾਬ ਦੇ ਵਿੱਚੋਂ ਤੁਰੀਆਂ 30 ਦੇ ਕਰੀਬ ਕਿਸਾਨ ਜਥੇਬੰਦੀਆਂ ਨੂੰ ਦਿੱਲੀ ਦੇ ਵਿੱਚ ਪ੍ਰਦਰਸ਼ਨ ਕਰਨ ਦੇ ਲਈ ਕੇਂਦਰ ਸਰਕਾਰ ਦੇ ਵੱਲੋਂ ਬਰਾੜੀ ਮੈਦਾਨ ਅਲਾਟ ਕਰ ਦਿੱਤਾ ਗਿਆ, ਜਿੱਥੇ ਕਿਸਾਨ ਜਥੇਬੰਦੀਆਂ ਦੇ ਹੁਣ ਆਉਣ ਵਾਲੇ ਦਿਨਾਂ ਦੇ ਪ੍ਰਦਰਸ਼ਨ ਦੀ ਕਵਰੇਜ ਹੋਇਆ ਕਰੇਗੀ। ਕਿਸਾਨ ਜਥੇਬੰਦੀਆਂ ਦਿੱਲੀ ਦੇ ਬਰਾੜੀ ਮੈਦਾਨ ਦੇ ਵਿੱਚ ਇਕੱਠੀਆਂ ਕੱਲ ਰਾਤ ਤੋਂ ਹੀ ਹੋਣੀਆਂ ਸ਼ੁਰੂ ਹੋ ਚੁੱਕੀਆਂ ਸੀ। ਉਸ ਸਮੇਂ ਦੀਆਂ ਤਸਵੀਰਾਂ ਵਿਖਾਉਂਦੇ ਆ ਜਦੋਂ ਕਿਸਾਨ ਜਥੇਬੰਦੀਆਂ ਬਰਾੜੀ ਮੈਦਾਨ ਦੇ ਵਿੱਚ ਇਕੱਠੀਆਂ ਹੋਣੀਆਂ ਸ਼ੁਰੂ ਹੋਈਆਂ। ਇਹ ਤਸਵੀਰਾਂ ਜੋ ਤੁਸੀਂ ਵੇਖ ਰਹੇ ਹੋ ਟਰਾਲੀਆਂ ਦਾ ਵੱਡਾ ਇਕੱਠ ਹੈ। ਅਸਮਾਨੀ ਸ਼ਾਟ ਤੁਹਾਨੂੰ ਵਿਖਾ ਰਹੇ ਹਾਂ ਜਿਸ ਦੇ ਵਿੱਚ ਕਿਸਾਨ ਜਥੇਬੰਦੀਆਂ ਦੀਆਂ ਵੱਡੀਆਂ ਟਰਾਲੀਆਂ ਦੀਆਂ ਲਾਈਨਾਂ ਤੁਸੀਂ ਵੇਖ ਸਕਦੇ ਹੋ। ਪੰਜਾਬ ਦਾ ਕਿਸਾਨ ਵੱਡੇ ਪੱਧਰ ਦੇ ਉੱਤੇ ਦਿੱਲੀ ਦੇ ਵਿੱਚ ਇਕੱਠਾ ਹੋ ਰਿਹਾ ਹੈ, ਜਿੱਥੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਹੁਣ ਪ੍ਰਦਰਸ਼ਨ ਖੇਤੀ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਕੀਤਾ ਜਾਣਾ ਹੈ। ਤੇ ਹੁਣ ਬਰਾੜੀ ਮੈਦਾਨ ਦੇ ਵਿੱਚ ਇਕੱਠੇ ਹੋ ਰਹੇ ਕਿਸਾਨਾਂ ਦੀ ਗੱਲਬਾਤ ਵੀ ਸੁਣਾਉਂਦੇ ਆ। देखो असी सरकार ਨੂੰ ਕਿਹਾ ਸੀਗਾ 1 ਨਵੰਬਰ ਨੂੰ ਸਾਨੂੰ ਜਗ੍ਹਾ ਦਿਵੋ ਦਿੱਲੀ ਆਉਣ ਲਈ। ਦਿੱਲੀ ਚਲੋ ਮਤਲਬ ਕਿੱਥੇ ਚਲੋ, ਜਗ੍ਹਾ ਦਿਓ ਸਾਨੂੰ। ਉਹਨਾਂ ਨੂੰ ਜਗ੍ਹਾ ਨਹੀਂ ਦਿੱਤੀ। ਅਸੀਂ ਮੰਗੀ ਸੀ ਕਿ ਰਾਮਲੀਲਾ ਮੈਦਾਨ ਨਹੀਂ ਦਿੱਤੀ। ਹੁਣ ਜਿਹੜਾ ਹੈਗਾ ਜਦ ਦਿੱਲੀ ਨੂੰ ਖਟਕਾ ਰਹੇ ਨੇ ਬਾਹਰੋਂ, ਫਿਰ ਜਗ੍ਹਾ ਸਾਨੂੰ ਦਿੱਤੀ ਹੈਗੀ ਹੈ। ਗੱਲ ਹੋਈ ਹੁਣ ਸੀਗਾ ਕਿ ਪਹਿਲੇ ਜਦ ਜਗ੍ਹਾ ਦੇ ਦਿੰਦੇ ਤੇ ਆਦਮੀ ਆਪਣੀ ਕਾਰਾਂ ਤੇ ਆਂਦਾ, ਗੱਡੀਆਂ ਤੇ ਆਂਦਾ, ਬੱਸਾਂ ਤੇ ਆਂਦਾ, ਟ੍ਰੇਨਾਂ ਤੇ ਆਂਦਾ ਜਾਂ ਕੁਝ ਵੀ ਕਰਦਾ, ਪਰ ਟਰੈਕਟਰ ਟਰਾਲੀ ਨਹੀਂ ਲੈ ਕੇ ਆਂਦਾ। ਹੁਣ ਉਹਨਾਂ ਨੇ ਟਰੈਕਟਰ ਟਰਾਲੀ ਦੇ ਅੰਦਰ ਆਪਣੇ ਜਿਹੜੇ ਨੇ ਗੱਦੇ ਵੀ ਪਾ ਲਏ ਨੇ, ਲੱਕੜ ਵੀ ਪਾ ਲਿਆ ਹੈਗਾ, ਖਾਣ ਪੀਣ ਦਾ ਸਮਾਨ ਵੀ ਪਾ ਲਿਆ ਹੈਗਾ, ਸਭ ਕੁਝ ਆਪਣਾ ਕਰ ਲਿਆ ਹੈਗਾ। ਤੇ ਫਿਰ ਕੀ ਹੈ, ਉਹ ਟਰਾਲੀ ਉਹਨਾਂ ਦੇ ਨਾਲ ਚੱਲੇਗੀ। ਹੁਣ ਜੇ ਰਾਮਲੀਲਾ ਮੈਦਾਨ ਅੰਦਰ ਜੇ ਟਰਾਲੀ ਨਾਲ ਜਾਏਗੀ ਤੇ ਡਬਲ ਟਰਾਲੀ ਹੋਈਆਂ ਤਾਂ 200-300 ਟਰਾਲੀਆਂ ਤੋਂ ਵੱਧ ਜਾਣਾ ਨਹੀਂ ਉੱਥੇ। ਇਹ ਜਿਹੜਾ ਮੈਦਾਨ ਹੈਗਾ ਇੱਥੇ ਸਾਡੇ ਕੋਲ ਹੈਗੇ ਘੱਟੋ ਘੱਟ 6-7 ਹਜ਼ਾਰ 10,000 ਟਰਾਲੀਆਂ ਆਉਣੀਆਂ ਨੇ। ਇਹ 10,000 ਟਰਾਲੀਆਂ ਆਰਾਮ ਨਾਲ ਇਸ ਮੈਦਾਨ ਵਿੱਚ ਆ ਸਕਦੀਆਂ ਨੇ। ਤੇ ਦਿੱਲੀ ਦੇ ਅੰਦਰ ਹੈਗਾ, ਇਹ ਕਿਹੜਾ ਬਾਹਰ ਹੈਗਾ। ਸਿੰਘੂ ਬਾਰਡਰ ਤੋਂ 20 ਕਿਲੋਮੀਟਰ ਅੰਦਰ ਹੈਗਾ, ਟਿਕਰੀ ਬਾਰਡਰ ਤੋਂ 25 ਕਿਲੋਮੀਟਰ ਅੰਦਰ ਹੈਗਾ। ਇਹਦੇ ਪਿੱਛੇ ਜਿਹੜਾ ਪੂਰਾ ਸ਼ਹਿਰ ਵਸਿਆ, ਇਸ ਪਿੱਛੇ ਬਰਾੜੀ ਵਸਿਆ, ਪੂਰਾ ਸ਼ਹਿਰ ਵਸਿਆ ਹੋਇਆ। ਤੇ ਇਹ ਜਿਹੜਾ ਹੈਗਾ ਨਾ, ਸਾਡਾ ਬੜਾ ਕਹਿਣਾ ਸਿੱਧਾ ਹੈਗਾ ਕਿ ਅੱਜ ਦੀ ਤਰੀਕ ਦੇ ਅੰਦਰ ਇਹ ਬੜੀ ਕਾਮਯਾਬੀ ਹੈਗੀ ਹੈ ਕਿਸਾਨਾਂ ਦੀ, ਜਿਹੜੀ ਉਹਨਾਂ ਨੇ ਹਿੰਮਤ ਕੀਤੀ ਹੈ 2 ਦਿਨ। ਮੈਂ ਤਾਂ ਚਾਹੁੰਦਾ ਸੀਗਾ ਕਿ ਜਿਹੜਾ ਕ੍ਰਿਸ਼ੀ ਮੰਤਰੀ ਹੈਗਾ ਉਹ ਰੋਡ ਤੇ ਬੈਠਦਾ, ਬਾਰਡਰ ਤੇ ਬੈਠਦਾ ਤੇ ਵੈਲਕਮ ਕਰਦਾ ਕਿ ਤੁਸੀਂ ਆਇਓ, ਤੁਹਾਡਾ ਸਵਾਗਤ ਹੈ, ਆਓ, ਤੁਹਾਡੇ ਨੁਮਾਇੰਦੇ ਜਿਹੜੇ ਆਣਗੇ ਅਸੀਂ ਬੈਠ ਕੇ ਗੱਲਾਂ ਕਰਾਂਗੇ ਤੇ ਉਹਦੇ ਬਾਅਦ ਤੁਹਾਡੀ ਗੱਲ ਕਰਾਂਗੇ। ਦੇਖੋ, ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਫਰਜ਼ ਬਣਦਾ ਹੈ। ਅਸੀਂ ਆਪਣੇ ਭਰਾਵਾਂ ਕੋਲ ਲੰਗਰ ਦੀਆਂ ਰਸਦਾਂ ਦੀਆਂ ਗੱਡੀਆਂ ਬਣਾ ਕੇ ਤਿਆਰ ਕਰਕੇ ਪਹੁੰਚੇ ਹਾਂ। ਪਿੰਡਾਂ ਚੋਂ ਕੱਢ ਕਢਾ ਕੇ ਅਸੀਂ ਦੁਪਹਿਰੇ ਪਹੁੰਚੇ ਹਾਂ ਕਿ ਅਸੀਂ ਅਸ਼ੋਰ ਕੀਤਾ ਸੀਗਾ ਵੀ ਤੁਸੀਂ ਬਾਰਡਰ ਜਾਓਗੇ, ਤੁਹਾਡੇ ਲੰਗਰ ਚਿੰਤਾ ਅਸੀਂ ਕਰਾਂਗੇ। ਸਾਡਾ ਫਰਜ਼ ਬਣਦਾ ਹੈ। ਇਹ ਸਾਡੇ ਭਰਾ ਜਿਹੜੇ ਕਈ ਬਾਰਡਰ ਭੰਨ ਕੇ, ਕਈ ਔੜਕੜਾਂ ਨੂੰ ਤੋੜ ਕੇ ਇਹਨਾਂ ਨੇ ਅੱਜ ਸਾਬਤ ਕਰ ਦਿੱਤਾ ਵੀ ਕਿਸਾਨ ਨੂੰ ਔਰ ਪੰਜਾਬ ਦੇ ਕਿਸਾਨ ਨੂੰ, ਹਰਿਆਣਾ ਦੇ ਕਿਸਾਨ ਨੂੰ ਕੋਈ ਰੋਕ ਨਹੀਂ ਸਕਦਾ। ਇਹਨਾਂ ਨੇ ਸਾਬਤ ਕਰ ਦਿੱਤਾ ਤੇ ਦਿੱਲੀ ਕਮੇਟੀ ਦਾ ਫਰਜ਼ ਬਣਦਾ ਹੈ ਅਸੀਂ ਇਹਨਾਂ ਤਾਈਂ ਆਪਣੀ ਰਸਦ ਪਾਣੀ ਲੈ ਕੇ ਪਹੁੰਚੇ ਹਾਂ। ਜਦੋਂ ਤੱਕ ਇੱਥੇ ਬੈਠਣਗੇ ਇਹ ਲੰਗਰ ਜਿਹੜੇ ਦਿੱਲੀ ਕਮੇਟੀ ਚੱਲਦੀ ਰਹਿਣਗੇ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਰਦਾਰ ਮਨਜਿੰਦਰ ਸਿੰਘ ਸਿਰਸਾ ਖੁਦ ਆਪ ਸਾਡੀ ਟੀਮ ਨਾਲ, ਸਾਡੇ ਅਸੀਂ 4-5 ਮੈਂਬਰ ਇੱਥੇ ਪਹੁੰਚੇ ਹਾਂ ਮੌਕੇ ਤੇ, ਜਿੱਥੇ ਸਾਰੇ ਕਿਸਾਨ ਇੱਥੇ ਮੋਰਚਾ ਲਾ ਕੇ ਬੈਠੇ ਨੇ। ਅਸੀਂ ਇਹਨਾਂ ਨੂੰ ਅਜੇ ਹੁਣ 2 ਜਗ੍ਹਾ ਲੰਗਰ ਛਕਾਇਆ ਹੈ। ਹੁਣ ਚਾਹ ਦਾ ਪ੍ਰਬੰਧ ਹੋ ਰਿਹਾ ਹੈ। ਜਦੋਂ ਤੱਕ ਇਹ ਕਿਸਾਨ ਮੋਰਚਾ ਰੱਖਣਗੇ ਸਾਨੂੰ ਆਸ ਹੈ ਕਿ ਵੀ ਇਹ ਬਹੁਤ ਜਲਦੀ ਸਰਕਾਰਾਂ ਝੁਕਣਗੀਆਂ, ਲੇਕਿਨ ਜਦੋਂ ਤੱਕ ਵੀ ਇਹ ਰਹਿਣਗੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨਾਂ ਦੀ ਸੇਵਾ ਵਿੱਚ ਹਾਜ਼ਰ ਹੈ। ਦਿੱਲੀ ਦਾ ਸਿੱਖ ਇਹਨਾਂ ਦੀ ਸੇਵਾ ਵਿੱਚ ਹਾਜ਼ਰ ਹੈ। ਖੁਦ ਆਪ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਇੱਥੇ ਪਹੁੰਚੇ ਹੋਏ ਹਨ ਤੇ ਸਰਦਾਰ ਹਰਮੀਤ ਸਿੰਘ ਕਾਲਕਾ ਜੀ ਬਰਾੜੀ ਦਾ ਜਿਹੜਾ ਜਿੱਥੋਂ ਦਾ ਇਹਨਾਂ ਦਾ ਪ੍ਰਬੰਧ ਪਤਾ ਲੱਗ ਰਿਹਾ, ਉਹ ਉੱਥੇ ਦਾ ਪ੍ਰਬੰਧ ਦੇਖ ਰਹੇ ਹਨ। ਸਾਰੀ ਟੀਮਾਂ ਜਿਹੜੀਆਂ ਹੈ ਵੱਧ ਚੜ ਕੇ ਹਿੱਸਾ ਪਾ ਰਹੀਆਂ ਹਨ। ਇਹ ਕਿਸਾਨਾਂ ਦੀ ਸੇਵਾ, ਜਿਹੜਾ ਅੰਨਦਾਤਾ ਹੈ, ਉਹ ਜੋ ਅੱਜ ਸੜਕਾਂ ਤੇ ਮਾਹੌਲ ਹੈ, ਇਹਨਾਂ ਨੂੰ ਦੇਖਦਿਆਂ ਹੋਇਆਂ ਅਸੀਂ ਇਹਨਾਂ ਦੇ ਨਾਲ ਖੜੇ ਹਾਂ। ਇੱਥੇ ਅਸੀਂ ਦੇਖ ਰਹੇ ਹਾਂ ਕਿ ਪ੍ਰਸ਼ਾਸਨ ਦਾ ਇੰਨਾ ਜਿਹੜਾ ਪ੍ਰਬੰਧ ਹੈ, ਫੋਰਸ ਦਾ ਇੰਨਾ ਪ੍ਰਬੰਧ ਸਾਨੂੰ ਤਸ਼ੱਦਦ ਕਰਨ ਲਈ ਅਸੀਂ ਦਿੱਤਾ ਹੋਇਆ, ਪਰ ਇੱਥੇ ਪੱਟੀ ਇਲਾਜ ਕਰਨ ਲਈ ਕੋਈ ਡਾਕਟਰ ਨਹੀਂ ਸਾਨੂੰ ਦਿੱਤਾ ਜਾ ਰਿਹਾ। ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਤੇ ਸਰਕਾਰ ਨੂੰ ਬੇਨਤੀ ਕਰਦੇ ਇੱਥੇ ਦੇ ਨੂੰ ਕਿ ਕੀ ਤੁਸੀਂ ਸਾਨੂੰ ਜੇ ਇਸ ਦੇਸ਼ ਦਾ ਹਿੱਸਾ ਮੰਨਦੇ ਆ ਤੇ ਜੇ ਸਾਡੇ ਲਈ ਅਥਰੂ ਗੈਸ ਦੇ ਗੋਲੇ ਵੀ ਤੁਸੀਂ ਸੁੱਟ ਸਕਦੇ ਆ, ਜੇ ਤੁਸੀਂ ਸਾਡੇ ਲੋਕਾਂ ਦੇ ਸਿਰ ਪਾੜ ਸਕਦੇ। ਤਕਰੀਬਨ 20 ਤੋਂ 25 ਬੰਦੇ ਜਿਹੜੇ ਸਾਡੇ ਬਹੁਤ ਜ਼ਿਆਦਾ ਜ਼ਖਮੀ ਹੋਇਆ, ਜਦੋਂ 2 ਬੰਦੇ ਸੀਰੀਅਸ ਅਸੀਂ ਹਸਪੀਟਲ ਦੇ ਵਿੱਚ ਭੇਜੇ ਲੋਕਲ ਐਂਬੂਲੈਂਸ ਦੇ ਦੁਆਰਾ। ਕੀ ਤੁਸੀਂ ਸਾਡੇ ਲਈ ਇੱਥੇ ਡਾਕਟਰ ਦਾ ਕੋਈ ਇੰਤਜ਼ਾਮ ਨਹੀਂ ਕਰ ਸਕਦੇ? ਇੱਥੇ ਜੇ ਤੁਹਾਨੂੰ ਪਤਾ ਹੈ ਤੁਸੀਂ ਇੱਥੇ ਸਾਡੇ ਲੋਕਾਂ ਨੂੰ ਜ਼ਖਮੀ ਕਰਨਾ ਆ, ਠੀਕ ਹੈ, ਤੁਸੀਂ ਇੱਥੇ ਲੋਕਾਂ ਸਾਡੇ ਨੂੰ ਇੰਜਰਡ ਕਰਨਾ ਆ, ਤੁਸੀਂ ਇੱਥੇ ਸਾਨੂੰ ਹਸਪੀਟਲ ਦੇ ਲਈ ਐਂਬੂਲੈਂਸ ਦਾ ਜਾਂ ਡਾਕਟਰ ਦਾ ਇੰਤਜ਼ਾਮ ਵੀ ਕਰਕੇ ਦੇ ਸਕਦੇ, ਜਿੱਥੇ ਤੁਸੀਂ ਲੱਖਾਂ ਰੁਪਏ ਆਰਮੀ ਦੇ ਲਈ ਸਾਡੇ ਖਰਚ ਦਿੱਤੇ ਹੈਗੇ। ਭਾਰਤ ਦੇ ਇੱਕ ਹਿੱਸੇ ਦੇ ਵਿੱਚ ਸ਼ੁਰੂ ਹੋਇਆ ਕਿਸਾਨੀ ਅੰਦੋਲਨ ਹੁਣ ਭਾਰਤ ਦੇ ਦੂਜੇ ਹਿੱਸੇ ਤੱਕ ਪਹੁੰਚ ਚੁੱਕਿਆ ਹੈ, ਜਿਸ ਦੇ ਤਹਿਤ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਕੋਲੋਂ
ਕਿਸਾਨ ਗੁਜ਼ਰ ਕੇ ਗਏ ਨੇ ਤੇ ਹੁਣ ਉਹ ਅਰਵਿੰਦ ਕੇਜਰੀਵਾਲ ਸਰਕਾਰ ਦੇ ਦਾਇਰੇ ਦੇ ਵਿੱਚ ਪਹੁੰਚ ਚੁੱਕੇ ਨੇ। ਜਿੱਥੇ ਪਹੁੰਚੇ ਕਿਸਾਨਾਂ ਦਾ ਸਵਾਗਤ ਵੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਕੀਤਾ ਗਿਆ ਤੇ ਉਧਰ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਨੇ ਐਲਾਨ ਕੀਤਾ ਹੈ ਕਿ ਕਿਸਾਨਾਂ ਨੂੰ ਕਿਸੇ ਕਿਸਮ ਦੀ ਵੀ ਜ਼ਰੂਰਤ ਪੈਂਦੀ ਹੈ ਤਾਂ ਆਮ ਆਦਮੀ ਪਾਰਟੀ ਵੱਧ ਚੜ ਕੇ ਅੱਗੇ ਆਵੇਗੀ। ਤੇ ਨਾਲ ਹੀ ਭਗਵੰਤ ਮਾਨ ਨੇ ਇਹ ਗੱਲ ਵੀ ਕਹੀ ਹੈ ਕਿ ਕਿਸਾਨਾਂ ਨੂੰ ਮਾਸਕ ਅਤੇ ਸੈਨੀਟਾਈਜ਼ਰ हर तरह की जरूरी चीज मुहैया करवाई जाएगी। आम आदमी पार्टी की केजरीवाल सरकार ने उनकी ये अर्जी जो है वो खारिज कर दी, ये कह के कि शांतिपूर्ण जो है उनका प्रदर्शन है, तो शांतिपूर्ण प्रदर्शन करने का सभी को हमारे संविधान में अधिकार है, तो इसलिए क्यों जेल बनाने की इजाजत दी जाए। तो नंबर 3 पे हम ये भी कहना चाहते हैं कि जितने भी किसान वहां पहुंचेंगे, बुराड़ी का जो ग्राउंड है वहां पे जहाँ उनको परमिशन मिली है, तो आम आदमी पार्टी की तरफ से उनका रहने का, खाने पीने का, हालांकि उनके पास खुद का बहुत सा राशन है और कोई खुदा ना खास्ता कोई उनको हेल्थ की प्रॉब्लम आती है, चाहे वो जो सैनिटाइजर हैं वो बांटने हो, चाहे उनको कोई और भी कोई मेडिकल उनको एड देनी हो, आम आदमी पार्टी जो है वो आम आदमी पार्टी की सरकार दिल्ली की वो किसानों के लिए बिल्कुल खुले दिल से वहां पे उनका स्वागत करेगी, उनकी सुविधाओं का ख्याल रखेगी और उनका हक है, क्योंकि आम आदमी पार्टी खुद एक आंदोलन से निकली हुई पार्टी है, इसलिए आम आदमी पार्टी को आंदोलनकारियों की भावनाओं का पता है, उनके इमोशंस का पता है, हम उनकी भावनाओं की कदर करते हैं। और ये काले कानून जो मोदी जी लेके आए हैं और इनको सदन का विशेष सत्र बुलाकर वापस लेने की हम मांग करते हैं। और जहां तक भी जाना पड़ा, हम पहले दिन से ही, जब से ये ऑर्डिनेंस आए थे जून में, तब से ही आम आदमी पार्टी जो है पंजाब में किसानों का साथ दे रही है और आने वाले दिनों में भी किसानों के साथ हम खड़े रहेंगे। मोदी सरकार वालों ਬਣਾਏ ਗਏ ਕਾਲੇ ਕਾਨੂੰਨਾਂ ਦੇ ਖਿਲਾਫ ਅੱਜ ਸਾਰੇ ਦੇਸ਼ ਦੇ ਕਿਸਾਨ ਸੜਕਾਂ ਤੇ ਨੇ। ਪੰਜਾਬ 'ਚ ਕਈ ਮਹੀਨਿਆਂ ਤੋਂ ਸੰਘਰਸ਼ ਚੱਲ ਰਿਹਾ ਸੀ, 2 ਦਿਨ ਮਿੱਥੇ ਸੀ 26 ਤੇ 27, ਉਹਦੇ ਵਾਸਤੇ ਵੀ ਪੰਜਾਬ ਤੋਂ ਦਿੱਲੀ ਆਉਣ ਵਾਸਤੇ ਕਿਸਾਨਾਂ ਨੂੰ ਰੋਕਿਆ ਗਿਆ। ਆਪਾਂ ਪਿਛਲੇ 2 ਦਿਨਾਂ ਤੋਂ ਵੇਖਦੇ ਹਾਂ ਕਿਸ ਤਰੀਕੇ ਹਰਿਆਣੇ ਵਿੱਚ ਕਿਸਾਨਾਂ ਨੂੰ ਰੋਕਿਆ ਜਾ ਰਿਹਾ ਸੀ। ਆਪਾਂ ਵੇਖਿਆ ਵੀ ਕਿਸ ਤਰੀਕੇ ਛੋਟੇ ਛੋਟੇ ਬੱਚਿਆਂ ਤੋਂ ਲੈ ਕੇ ਵੱਡੇ ਬਜ਼ੁਰਗ ਤੱਕ ਸਾਰੇ ਇਹਨਾਂ ਕਾਲੇ ਕਾਨੂੰਨਾਂ ਦੇ ਖਿਲਾਫ ਸੜਕ ਤੇ ਆਏ ਹੋਏ ਨੇ। ਅੱਜ ਮੈਂ ਤੇ ਮੇਰੇ ਨਾਲ ਪੰਜਾਬ ਦੇ ਸਾਰੇ ਵਿਧਾਇਕ ਸਾਥੀ ਕੇਂਦਰ ਦੀ ਡੋਰੀ ਮੋਦੀ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਣ ਵਾਸਤੇ ਆਪਾਂ ਮੋਦੀ ਦੇ ਘਰ ਦਾ ਘਿਰਾਓ ਕੀਤਾ। ਉੱਥੋਂ ਸਾਨੂੰ ਡਿਟੇਨ ਕਰਕੇ ਚਲਾਕੇਪੁਰੀ ਥਾਣੇ ਲਿਜਾਇਆ ਗਿਆ ਤੇ ਹੁਣ ਹਰੀਨਗਰ ਦੇ ਖਾਟੂ ਸ਼ਾਮ ਸਟੇਡੀਅਮ ਲੈ ਕੇ ਆਇਆ ਗਿਆ। ਤੇ ਹੁਣ ਇੱਕ ਨਜ਼ਰ ਬੀਤੇ ਦਿਨ ਦੀ ਕਿਸਾਨ ਅੰਦੋਲਨ ਦੇ ਦਰਮਿਆਨ ਜਦੋਂ ਕਿਸਾਨ ਦਿੱਲੀ ਦੇ ਵੱਲ ਕੂਚ ਕਰ ਰਹੇ ਸੀ ਉਸ ਵਕਤ ਦੀਆਂ ਤਸਵੀਰਾਂ ਅਤੇ किसानों का की कुछ कहना वो भी सुनाने। सबसे पहले तो मैं पंजाब के किसानों को बधाई का देना चाहता हूँ, सलाम करना चाहता हूँ। सन 1988 के बाद से जब चौधरी महेंद्र सिंह टिकैत दिल्ली में आए थे, उसके बाद से दिल्ली में किसी भी ट्रैक्टर को अलाउ नहीं किया गया है। पहली बार सरकार घुटनों पे आके पंजाब के किसानों को ट्रैक्टर ट्रॉली अंदर लाना अलाउ किया गया है। रोहतक रोड से तो ऑलरेडी आ गए हैं। पहले सरकार कहती थी दिल्ली तक पहुँचने नहीं देंगे, अब सरकार कहती है दिल्ली के अंदर आओ, आपके लिए मैदान हमने रखा हुआ है। सरकार पहले मीनिंगफुल बात करने को तैयार नहीं थी, अब सरकार कहती है किसान आए बात करने के लिए हमारे। मैं समझता हूँ पंजाब के किसानों ने पूरे देश के किसानों के लिए बहुत बड़ी जीत हासिल की है, लेकिन अब ये सिर्फ पहला कदम है। दूसरा कदम तब होगा जब सरकार से मेज के ऊपर बातचीत होगी, और मुझे यकीन है कि पंजाब के किसानों ने जो सड़क पे हासिल किया है वो टेबल पे खोएंगे नहीं, टेबल पे भी वो जीतेंगे। बातचीत हो रही है और मुझे यकीन है मिलके सारे लोग एक मैच्योर फैसला लेंगे। बहुत बड़ा ग्रुप है, बहुत किसान है, फैसला लेना 1 मिनट का काम नहीं होता, लेकिन अब कम से कम दिल्ली पुलिस की तरफ से कोई ऑब्स्ट्रक्शन नहीं है। दिल्ली पुलिस घुटने पे बैठी हुई है, कह रही है जो काम 40 साल में नहीं हुआ वो आप कर लो आज, तो ये तो सफलता हासिल हो गई है। अब किसानों ने मिलकर फैसला करना है। मुझे यकीन है बहुत सीनियर इनकी लीडरशिप है, बहुत मैच्योर लीडरशिप है, वो सब मिलकर फैसला लेंगे और मुझे यकीन है अच्छा फैसला लेंगे, सही फैसला। तो किसानों की आपकी बातचीत भी हुई होगी, तो किसान का क्या कहना है? अभी एक पहली स्टेज है। किसान ये सोच के नहीं आया कि मैं दिल्ली में सिर्फ घुसूंगा, वो ये सोच के आया है कि मैं बिल को वापस करवाऊंगा, कानूनों को। तो अभी उसके मन में चिंता है कि अंदर जाऊंगा तो क्या कानून वापस होंगे, ये लंबा मामला होता है। लेकिन मुझे पूरा यकीन है कि किसान इतना बड़ी जीत जो ऑलरेडी हासिल कर चुके हैं वो अब छोटी जीत में नहीं राजी होंगे। इस बड़ी जीत को पूरी फतेह में पूरा करके ही किसान यहाँ का मानेगा, ऐसा मुझे यकीन है। बीते दिन 27 ਨਵੰਬਰ ਦਾ ਦਿਨ ਪੂਰੇ ਪੰਜਾਬ ਦੇ ਲਈ ਕਾਫੀ ਅਹਿਮ ਸੀ। ਇੱਕ ਪਾਸੇ ਜਿੱਥੇ ਕਿਸਾਨੀ ਅੰਦੋਲਨ ਦੇ ਵੱਲ ਸਭ ਦੀਆਂ ਨਿਗਾਹਾਂ ਟਿਕੀਆਂ ਹੋਈਆਂ ਸੀ ਤੇ ਉਧਰ ਦੂਜੇ ਪਾਸੇ ਅੰਮ੍ਰਿਤਸਰ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ
ਇਜਲਾਸ ਦੇ ਦੌਰਾਨ ਚੋਣ ਵੀ ਹੋਈ ਹੈ, ਜਿੱਥੇ ਸਾਲਾਨਾ ਇਜਲਾਸ ਸੀ ਜਿਸ ਦਰਮਿਆਨ ਪ੍ਰਧਾਨ ਅਤੇ ਹੋਰ ਐਗਜ਼ੈਕਟਿਵ ਮੈਂਬਰ ਚੁਣੇ ਜਾਂਦੇ ਨੇ। ਸੋ ਇਸ ਵਾਰ ਹੁਣ ਪ੍ਰਧਾਨਗੀ ਦੀ ਕੁਰਸੀ ਬੀਬੀ ਜਗੀਰ ਕੌਰ ਦੇ ਹੱਥ ਆ ਚੁੱਕੀ ਹੈ। ਗੋਬਿੰਦ ਲੌਂਗੋਵਾਲ ਤੋਂ ਬਾਅਦ ਹੁਣ ਬੀਬੀ ਜਗੀਰ ਕੌਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨਿਯੁਕਤ ਕੀਤੇ ਗਏ ਨੇ। ਦੱਸਦੀ ਕਿ ਬੀਬੀ ਜਗੀਰ ਕੌਰ ਨੂੰ ਇਹ ਅਹੁਦਾ VOTING ਦੇ ਬਾਅਦ ਮਿਲਿਆ। 143 ਵੋਟਾਂ ਦੇ ਵਿੱਚੋਂ 122 ਵੋਟਾਂ ਬੀਬੀ ਜਗੀਰ ਕੌਰ ਦੇ ਹੱਕ ਦੇ ਵਿੱਚ ਭੁਗਤੀਆਂ ਨੇ। ਹਾਲਾਂਕਿ ਇਹਨਾਂ ਦੇ ਵਿੱਚੋਂ ਇੱਕ ਵੋਟ ਬਾਅਦ ਦੇ ਵਿੱਚ ਰੱਦ ਵੀ ਕਰ ਦਿੱਤੀ ਗਈ, ਪਰ ਬੀਬੀ ਜਗੀਰ ਕੌਰ ਨੂੰ 122 ਵੋਟਾਂ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਚੁਣਿਆ ਗਿਆ ਹੈ। ਦੱਸਦੀ ਹੈ ਕਿ ਬੀਬੀ ਜਗੀਰ ਕੌਰ ਤੀਜੀ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬਣੀ ਹੈ। ਇਸ ਤੋਂ ਪਹਿਲਾਂ ਬੀਬੀ ਜਗੀਰ ਕੌਰ 1999 ਅਤੇ ਉਸ ਤੋਂ ਬਾਅਦ 2004 ਦੇ ਵਿੱਚ ਵੀ ਆਪਣੇ ਕਾਰਜਕਾਲ ਦੇ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਰਹਿ ਚੁੱਕੇ ਨੇ ਤੇ ਹੁਣ 2020 ਦੇ ਵਿੱਚ ਬੀਬੀ ਜਗੀਰ ਕੌਰ ਨੂੰ ਫਿਰ ਪ੍ਰਧਾਨਗੀ ਦਾ ਅਹੁਦਾ ਮਿਲਿਆ। ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ, ਜਿਨ੍ਹਾਂ ਨੇ ਸਾਰੀ ਪਾਰਟੀ ਦੀ ਸਲਾਹ ਨਾਲ ਔਰ ਜਿਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਲਾਹ ਦੇ ਨਾਲ ਮੈਨੂੰ ਬਤੌਰ ਮੁੱਖ ਸੇਵਾਦਾਰ ਪ੍ਰਧਾਨ ਹੋਣ ਦੇ ਨਾਤੇ ਇੱਥੋਂ ਉਮੀਦਵਾਰ ਐਲਾਨਿਆ। ਔਰ ਮੈਨੂੰ ਖੁਸ਼ੀ ਹੈ ਕਿ ਮੈਂਬਰਾਂ ਨੇ ਬਹੁਤ ਸਤਿਕਾਰ ਦੇ ਨਾਲ ਵੋਟਾਂ ਪਾਈਆਂ ਔਰ ਅੱਜ ਦੀ ਜਿਹੜੀ ਇਹ VOTING ਸਿਸਟਮ ਹੈ ਬੜੇ ਹੀ ਨਿਰਵਿਘਨਤਾ ਸਹਿਤ ਸੰਪੂਰਨ ਹੋਈ ਹੈ। ਮੈਂ ਜਿੱਥੇ ਪਾਰਟੀ ਦਾ ਬਹੁਤ ਧੰਨਵਾਦ ਕਰਦੀ ਹਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦਾ ਧੰਨਵਾਦ ਕਰਦੀ ਹਾਂ, ਸਭ ਨੂੰ ਵਧਾਈ ਦਿੰਦੀ ਹੈ। ਉੱਥੇ ਸਾਰੀ ਪੰਥ ਦੀ ਜੋ ਚੜ੍ਹਦੀ ਕਲਾ ਦੇ ਨਾਲ ਅੱਜ ਉਹਨਾਂ ਨੇ ਇਸ ਚੋਣ ਨੂੰ ਪ੍ਰਵਾਨ ਕੀਤਾ। ਅਰਦਾਸ ਕਰਾਂਗੀ ਕਿ ਸੱਚੇ ਪਾਤਸ਼ਾਹ ਇਹ ਸਾਰੇ ਪੰਥ ਦੀ ਅਰਦਾਸ ਸਾਡੇ ਹਿਰਦੇ ਵਿੱਚ ਪ੍ਰਵਾਨ ਹੋਵੇ ਔਰ ਗੁਰੂ ਸਾਹਿਬ ਆਪਣੇ ਚਰਨਾਂ 'ਚ ਪ੍ਰਵਾਨ ਕਰਕੇ ਸਾਡੇ ਉੱਤੇ ਕਿਰਪਾ ਕਰੇ ਕਿ ਅਸੀਂ ਸਾਰੇ ਵਧੀਆ ਢੰਗ ਦੇ ਨਾਲ ਬਿਹਤਰ ਢੰਗ ਦੇ ਨਾਲ ਇਸ ਸੇਵਾ ਨੂੰ ਨੇਪਰੇ ਚਾੜ ਸਕੀਏ। ਦੇਖੋ, ਮੈਂ ਸਭ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਹਾਊਸ ਦਾ ਧੰਨਵਾਦ ਵੀ ਕਰਦਾ, ਵਧਾਈ ਵੀ ਦੇਣਾ ਕਿ ਬਹੁਤ ਹੀ ਜਿਹੜੀ ਲੋਕਤੰਤਰੀ ਤਰੀਕੇ ਦੇ ਨਾਲ ਜਿਹੜੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਾਰੇ ਅਹੁਦੇਦਾਰ ਸਾਹਿਬਾਨ ਤੇ ਐਗਜ਼ੈਕਟਿਵ ਮੈਂਬਰਾਂ ਦੀ ਚੋਣ। ਔਰ ਇਸ ਗੱਲ ਵਾਸਤੇ ਵੀ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਕਿ ਇੱਕ ਵਾਰੀ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਬੜਾ ਵੱਡਾ ਭਰੋਸਾ ਪ੍ਰਗਟ ਕਰਦੇ ਹਾਂ ਬੀਬੀ ਜਗੀਰ ਕੌਰ ਜੀ ਨੂੰ ਜਿਹੜਾ ਉਹ ਫਿਰ ਪ੍ਰਧਾਨ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਣਾਇਆ। ਪਹਿਲਾਂ ਵੀ ਉਹਨਾਂ ਦਾ ਬੜਾ ਲੰਬਾ ਤਜਰਬਾ ਔਰ ਬੜੇ ਅੱਛੇ ਤਰੀਕੇ ਨਾਲ ਉਹਨਾਂ ਨੇ ਸੇਵਾ ਕੀਤੀ ਹੈ ਔਰ ਮੈਂ ਸਮਝਦਾ ਕਿ ਆਪਣੇ ਤਜਰਬੇ ਦੇ ਲਿਹਾਜ਼ ਦੇ ਨਾਲ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੋਰ ਵੀ ਪ੍ਰਬੰਧ ਨੂੰ ਉਚਾਈਆਂ ਵਾਲੇ ਪਾਸੇ ਲੈ ਕੇ ਚੱਲਦੇ। ਦਿੱਲੀ ਸਰਕਾਰ ਦੀ ਵੀ ਕਿਸਾਨੀ ਅੰਦੋਲਨ ਦੇ ਦਰਮਿਆਨ ਵਧੀਆ ਭੂਮਿਕਾ ਨਿਭਾਉਣ ਦੇ ਚੱਲਦਿਆਂ ਹਰ ਪਾਸੇ ਪ੍ਰਸ਼ੰਸਾ ਹੋ ਰਹੀ ਹੈ, ਕਿਉਂਕਿ ਦਿੱਲੀ ਸਰਕਾਰ ਦੇ ਕੋਲੋਂ ਕੇਂਦਰ ਸਰਕਾਰ ਨੇ ਪਹਿਲਾਂ ਆਰਜੀ ਜੇਲ੍ਹਾਂ ਬਣਾਉਣ ਦੇ ਲਈ ਇਜਾਜ਼ਤ ਮੰਗੀ ਸੀ, ਜਿਸ ਨੂੰ ਅਰਵਿੰਦ ਕੇਜਰੀਵਾਲ ਸਰਕਾਰ ਨੇ ਸਿਰੇ ਤੋਂ ਨਕਾਰ ਦਿੱਤਾ ਤੇ ਉਸ ਤੋਂ ਬਾਅਦ ਅਰਵਿੰਦ ਕੇਜਰੀਵਾਲ सरकार ने ਹੋਰ ਖਾਸ ऐलान भी किसानों के लिए किए ने। मैं अरविंद केजरीवाल सरकार का बहुत बहुत शुक्रिया अदा करता हूं, धन्यवाद करता हूं कि आज उन्होंने केंद्र में बैठी सरकार की जो मांग थी, जो मंसूबे थे कि दिल्ली में आ रहे देश के किसान को जेल में बंद किया जाए, उन मंसूबों को, उस इरादे को और उस मांग को खारिज किया है। केंद्र में बैठी सरकार ने ये मांग करी थी कि दिल्ली में जगह जगह जेल बनाने की अनुमति दी जाए ताकि जितने किसान, हमारे किसान भाई बहन पंजाब से, हरियाणा से दिल्ली की ओर आ रहे हैं अपना विरोध दर्ज कराने के लिए, उनको उस जेल में बंद करके उनके विरोध प्रदर्शन की आवाज़ को दबाया जाए और जेल में भर्तियां करी जाएं। आज उस जेल को ना बनने की, आज उस जेल को ना बनाने की जो अहम पॉलिसी डिसीजन, जो फैसला अरविंद केजरीवाल सरकार ने लिया है, मैं उसके लिए उनका शुक्रिया अदा करता हूँ। ये कहना चाहता हूँ कि विरोध दर्ज कराना और शांतिपूर्ण तरीके से प्रोटेस्ट करना ये हमारा संवैधानिक अधिकार है। ये अधिकार हमें देश का संविधान देता है और ऐसे किसान विरोधी कानून के खिलाफ अपनी आवाज़ बुलंद करना, विरोध दर्ज कराना हमारा अधिकार ही नहीं, मैं कहूँ हमारी जिम्मेदारी भी है। देश के किसान का दिल्ली में स्वागत है। आप आइए दिल्ली, हम आपका ख्याल रखेंगे, बेखौफ होकर अपनी आवाज़ को बुलंद करिए, हम आपका बंदोबस्त करेंगे, आपका दिल्ली में स्वागत है। ਤੇ ਹੁਣ ਨਜ਼ਰਾਂ ਇੱਕ ਵਾਰ ਸਿਆਸੀ ਬਿਆਨਾਂ ਦੇ ਉੱਤੇ ਵੀ ਮਾਰਦੇ ਹਾਂ। तो बहुत अफसोस है कि अपनी राजधानी ਦੇ ਵਿੱਚ ਜੇ ਕਿਸਾਨ ਪੀਸਫੁਲੀ ਜਾ ਕੇ ਪ੍ਰੋਟੈਸਟ ਕਰਨਾ ਚਾਹੁੰਦੇ ਆ ਤੇ ਉਹਨਾਂ ਦੇ ਰਸਤੇ ਦੇ ਵਿੱਚ ਹਰਿਆਣਾ ਗਵਰਨਮੈਂਟ ਵੱਲੋਂ ਇਸ ਤਰੀਕੇ ਰੋਕਾਂ ਖੜੀਆਂ ਕੀਤੀਆਂ ਗਈਆਂ, ਉਹਨਾਂ ਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ, ਲਾਠੀ ਚਾਰਜ, ਹੰਝੂ ਗੈਸ। ਹਾਲਾਂਕਿ ਹਰਿਆਣੇ ਨਾਲ ਉਹਨਾਂ ਦਾ ਕੋਈ ਝਗੜਾ ਨਹੀਂ ਔਰ 2 ਮਹੀਨੇ ਦੇ ਅੰਦੋਲਨ ਦੇ ਦੌਰਾਨ ਕਿਤੇ ਉਹਨਾਂ ਨੇ ਕੋਈ ਭੰਨਤੋੜ ਨਹੀਂ ਕੀਤੀ।
ਇਸ ਕਰਕੇ ਇਹ ਜਿਹੜੀ ਇਸ ਤਰ੍ਹਾਂ ਦੀਆਂ ਰੋਕਾਂ ਖੜੀਆਂ ਕਰਨੀਆਂ ਕਿ ਪੰਜਾਬ ਬਾਕੀ ਦੇਸ਼ ਦਾ ਹਿੱਸਾ ਨਹੀਂ, ਇੱਕ ਬੇਗਾਨਗੀ ਦਾ ਅਹਿਸਾਸ ਕਰਨ ਵਾਲੀ ਗੱਲ ਹੈ। ਇਸ ਤਰੀਕੇ ਤਾਨਾਸ਼ਾਹੀ ਤਰੀਕੇ ਨਾਲ ਸਰਕਾਰਾਂ ਨੂੰ ਕੰਮ ਨਹੀਂ ਕਰਨਾ ਚਾਹੀਦਾ। ਕਿਸਾਨਾਂ ਦੇ ਅੱਗੇ ਹੋ ਕੇ ਉਹਨਾਂ ਦੀ ਗੱਲ ਸੁਣਨੀ ਚਾਹੀਦੀ, ਉਹਨਾਂ ਦਾ ਮਸਲਾ ਹੱਲ ਕਰਨਾ। ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 551ਵੇਂ ਗੁਰਪੁਰਬ ਦੇ ਸਬੰਧ ਵਿੱਚ ਪਾਕਿਸਤਾਨ ਸਰਕਾਰ ਦੇ ਵੱਲੋਂ 325 ਸ਼ਰਧਾਲੂਆਂ ਨੂੰ ਪਾਕਿਸਤਾਨ ਦੇ ਗੁਰੂ ਧਾਮਾਂ ਦੇ ਦਰਸ਼ਨਾਂ ਦੇ ਲਈ ਵੀਜ਼ਾ ਦਿੱਤਾ ਗਿਆ ਸੀ, ਜਿਸ ਦੇ ਤਹਿਤ ਜਥਾ ਅੱਜ ਪਾਕਿਸਤਾਨ ਦੇ ਲਈ ਰਵਾਨਾ ਹੋ ਚੁੱਕਿਆ, ਜਿਨ੍ਹਾਂ ਦੀ ਰਵਾਨਗੀ ਦੇ ਮੌਕੇ ਦੇ ਉੱਤੇ SGPC ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਮੌਜੂਦ ਰਹੇ, ਜਿਨ੍ਹਾਂ ਦੇ ਵੱਲੋਂ ਸਰੋਪਾਓ ਦੇ ਕੇ ਇਹਨਾਂ ਨੂੰ ਪਾਕਿਸਤਾਨ ਦੇ ਲਈ ਰਵਾਨਾ ਕੀਤਾ ਗਿਆ। ਸੋ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਸਾਡਾ ਇਹ ਜਥਾ ਜਾ ਰਿਹਾ ਹੈਗਾ ਦਰਸ਼ਨਾਂ ਵਾਸਤੇ, ਔਰ ਜਿਸ ਦੀ ਅਗਵਾਈ ਸਰਦਾਰ ਅਮਰਜੀਤ ਸਿੰਘ ਜੀ ਭਲਾਈਪੁਰ ਸਾਹਿਬ ਕਰ ਰਹੇ ਨੇ, ਉਹਨਾਂ ਦੇ ਨਾਲ ਡਿਪਟੀ ਲੀਡਰ ਬੂਧ ਸਾਹਿਬ ਤੇ ਨਾਲ ਹੀ ਸਾਡੇ ਜੱਲਾ ਸਾਹਿਬ ਬੇਈਪੁਰ ਸਾਹਿਬ ਨਾਲ ਸਾਡੇ ਮੈਂਬਰ ਜਾ ਰਹੇ ਨੇ। ਸੋ ਮੈਂ ਸਮਝਦਾ ਕਿ ਅਸੀਂ ਸਰਕਾਰ ਨੂੰ ਔਰ 504 ਨਾਂ ਭੇਜੇ ਸੀ, ਕਿਉਂਕਿ ਐਤਕੀ ਜਥਾ ਜਿਹੜਾ ਬਹੁਤ ਸੀਮਤ ਉਹਨਾਂ ਨੇ ਰੱਖਿਆ ਹੈ। 504 ਦੇ ਵਿੱਚੋਂ ਜਿਹੜਾ ਅੱਜ ਜਥਾ ਜਾ ਰਿਹਾ 325 ਯਾਤਰੂਆਂ ਦਾ ਇਹ ਜਥਾ ਅੱਜ ਅਸੀਂ ਇੱਥੋਂ ਰਵਾਨਾ ਕਰ ਰਹੇ ਹਾਂ। ਔਰ ਇਹ 5 ਦਿਨ ਜਿਹੜਾ ਸ੍ਰੀ ਨਨਕਾਣਾ ਸਾਹਿਬ ਗੁਰੂ ਦੇ ਮਹਾਰਾਜ ਦੀ ਉਹ ਮਹਾਨ ਧਰਤੀ, ਪਾਵਨ ਧਰਤੀ ਜਿੱਥੇ ਸ੍ਰੀ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੋਇਆ ਸੀ, ਉੱਥੇ ਜਾ ਕੇ ਦਰਸ਼ਨ ਕਰਨਗੇ, ਕਿਉਂਕਿ ਇਹ ਬਹੁਤ ਘੱਟ ਐਤਕੀ ਜਿਹੜਾ ਵੀਜ਼ਾ ਪਾਕਿਸਤਾਨ ਨੇ ਦਿੱਤਾ ਹੈਗਾ। ਤੋਂ ਮੈਂ ਜਿੱਥੇ ਅੱਜ ਇਹਨਾਂ ਸਾਰੇ ਯਾਤਰੂਆਂ ਨੂੰ ਵਧਾਈ ਵੀ ਦਿੰਦਾ ਹਾਂ। ਗੁਰੂ ਮਹਾਰਾਜ ਦੀ ਕਿਰਪਾ ਹੈ ਕਿ ਮਹਾਨ ਸਥਾਨ ਜੋ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦਾ ਪ੍ਰਕਾਸ਼ ਸਥਾਨ ਹੈ, ਉੱਥੇ ਦਰਸ਼ਨ ਕਰਕੇ ਇਹ ਸਾਰੀ ਸੰਗਤ ਵਾਪਸ ਆਏਗੀ। ਅੱਜ ਜਾ ਕੇ ਤੇ 1 ਤਰੀਕ ਨੂੰ ਵਾਪਸ ਆਉਣਾ ਵਾ, ਜਿਹੜਾ ਵਾ ਇੱਕੋ ਹੀ ਗੁਰਦੁਆਰਾ ਸਾਹਿਬ ਜਨਮ ਸਥਾਨ ਸ੍ਰੀ ਨਨਕਾਣਾ ਸਾਹਿਬ ਦੇ ਜਿਹੜੇ ਉੱਥੇ ਛੋਟੇ ਗੁਰਦੁਆਰੇ ਨਾਲ ਆ, ਉਹਨਾਂ ਦੇ ਗੁਰਧਾਮਾਂ ਦੇ ਦਰਸ਼ਨ ਕਰਕੇ ਤੇ 1 ਤਰੀਕ ਨੂੰ ਵਾਪਸ ਆ ਜਾਣਗੇ। ਹੋਰ ਬਾਹਰ ਕਿਸੇ ਗੁਰਦੁਆਰੇ ਦਾ ਜਿਹੜਾ ਉਹ ਨਹੀਂ ਵੀਜ਼ਾ ਨਹੀਂ ਮਿਲਿਆ। ਕੀ ਪਾਕਿਸਤਾਨ ਗਵਰਨਮੈਂਟ ਨਾਲ ਗੱਲ ਕੀਤੀ ਜਾਵੇ ਕਿ ਕਰਤਾਰਪੁਰ ਲੈ ਕੇ, ਕਿਉਂਕਿ ਲਗਾਤਾਰ ਜਿਹੜੀ ਹੈ ਉਹ ਅਸੀਂ ਸਾਡੇ ਪ੍ਰਧਾਨ ਸਾਹਿਬ ਨੇ ਸਾਨੂੰ ਆਖਿਆ ਵੀ ਉਹਨਾਂ ਨਾਲ ਆਪਾਂ ਗੱਲ ਕਰਨੀ ਆ ਵੀ ਜਿਹੜਾ ਉਹ ਚੰਗੀ ਤਰ੍ਹਾਂ ਲਾਂਘਾ ਖੋਲ੍ਹ ਕੇ ਤੇ ਲੋਕਾਂ ਨੂੰ ਦਰਸ਼ਨ ਕਰਨ ਵਾਸਤੇ ਆਗਿਆ ਦਿੱਤੀ ਜਾਵੇ, ਤੇ ਜਿਹੜੇ ਪਾਸਪੋਰਟ ਦੀ ਸ਼ਰਤ ਆ ਇਹ ਵੀ ਢਾਹ ਦਿੱਤੀ ਜਾਵੇ, ਜਿਹੜਾ ਆਧਾਰ ਕਾਰਡ ਦੀ ਕਾਪੀ ਵੇਖ ਕੇ ਹੀ ਆਪਾਂ ਨੂੰ ਉੱਥੇ ਦਰਸ਼ਨ ਕਰਨ ਵਾਸਤੇ ਆਗਿਆ ਮਿਲ ਜਾਵੇ। ਵੀਜ਼ਾ ਤਾਂ ਜੀ ਲੱਗਦਾ ਤਾਂ ਘੱਟ ਹੀ ਆ, ਜਿਹੜਾ ਜੀ ਕਰਦਾ ਵੀ 10 ਦਿਨ ਲਾ ਕੇ ਉਹਦੇ ਵਾਵਾ ਦਿਨ ਲਾ ਕੇ ਉਹਦੇ ਦਰਸ਼ਨ ਮੇਲੇ ਕਰਕੇ ਉਹਦੇ ਬਾਕੀ ਗੁਰੂ ਧਾਮਾਂ ਦੇ ਦਰਸ਼ਨ ਹਾਂ ਚਲੋ ਜੋ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਭਾਵੇਂ ਜਿਵੇਂ ਚਲੋ ਠੀਕ ਆ, ਤੇ ਮਹਾਰਾਜ ਸੱਚੇ ਪਾਤਸ਼ਾਹ ਸੁੱਖ ਰੱਖੇ। ਪੰਜਾਬ ਇਸ ਵੇਲੇ ਦੇ ਵਿੱਚ ਫਿਲਹਾਲ ਦੇ ਲਈ ਇੰਨਾ ਹੀ, ਫਿਰ ਮੁੜ ਹਾਜ਼ਰ ਹੁੰਦੇ ਆ ਨਵੀਂ ਅਤੇ ਤਾਜ਼ਾ ਅਪਡੇਟਸ ਦੇ ਨਾਲ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਧੰਨਵਾਦ।